ਗੁਰਮੁਖ ਸਿੰਘ ਨੇ ਅਖੀਰਲੀਆਂ ਪੰਗਤੀਆਂ 'ਚ ਲਿਖਿਆ ਹੈ, ਤੁਹਾਡਾ ਚਿਹਰਾ ਰੂਹਾਨੀ ਮੇਰੀ ਰੂਹ ਦੀਵਾਨੀ, ਸੀਸ ਭੇਟ ਦਿਆਂ ਆਪਣਾ ਤੁਹਾਨੂੰ ਪ੍ਰੇਮ ਨਿਸ਼ਾਨੀ। ਜਿਹੜੇ ਸੀਸ ਭੇਟ ਦੇਣ ਨੂੰ ਤਿਆਰ ਹਨ, ਪ੍ਰੇਮ ਨਿਸ਼ਾਨੀ, ਉਹਨਾਂ ਵਾਸਤੇ ਹੀ ਮੇਰਾ ਸਹਿਯੋਗ ਹੈ। ਸਹਿਯੋਗ ਤੇ ਸਾਰਿਆਂ ਵਾਸਤੇ ਹੀ ਹੈ। ਇਸ ਕਾਰਨ ਜਿਹੜੇ ਧਿਆਨ ਦੇ ਮਾਰਗ 'ਤੇ ਚੱਲ ਰਹੇ ਹਨ, ਉਹਨਾਂ ਨੂੰ ਵੀ ਵਾਰ-ਵਾਰ ਸਮਝਾਇਆ ਜਾਂਦਾ ਹੈ, ਦੱਸਿਆ ਜਾਂਦਾ ਹੈ ਵੀ ਸੰਸਾਰ ਨੂੰ ਅਸੱਤ ਜਾਣੋ, ਮਿਥਿਆ ਜਾਣੋ, ਝੂਠ ਜਾਣੋ, ਤਾਂ ਹੀ ਤੁਹਾਡਾ ਸ਼ਬਦ 'ਤੇ ਧਿਆਨ ਟਿਕੇਗਾ। ਜਾਂ ਜਿੱਥੇ ਵੀ ਤੁਸੀਂ ਸੁਰਤ ਨੂੰ ਜੋੜ ਰਹੇ ਹੋ ਅੰਦਰ ਕਿਸੇ ਕੇਂਦਰ 'ਤੇ, ਤਾਂ ਉੱਥੇ ਟਿਕੇਗਾ। ਤਾਂ ਹੀ ਟਿਕੇਗਾ ਨਾ ਜੇ ਤੁਸੀਂ ਬਾਹਰੋਂ ਹਟਾਓਗੇ। ਅਤੇ ਜਦੋਂ ਕੋਈ ਧਿਆਨ ਨਹੀਂ ਵੀ ਪੁੱਛਦਾ ਹੈ ਤਾਂ ਉਹਨੂੰ ਵੀ ਸਮਝਾਇਆ ਜਾਂਦਾ ਹੈ। ਪਰ ਧਿਆਨੀਆਂ ਵਾਸਤੇ ਬਹੁਤੇ ਸਹਿਯੋਗ ਦੀ ਜ਼ਰੂਰਤ ਨਹੀਂ ਹੁੰਦੀ ਹੈ, ਕਿਉਂਕਿ ਉਹ ਆਪਣੇ ਆਪ ਧਿਆਨ ਕਰ ਰਹੇ ਹਨ, ਤਾਂ ਉਹਨਾਂ ਨੂੰ ਬਾਹਰੋਂ ਸਹਿਯੋਗ ਦਿੱਤਾ ਜਾਂਦਾ ਹੈ। ਅਤੇ ਜਿਹੜੇ ਪ੍ਰੇਮ ਦੇ, ਸ਼ਰਧਾ ਦੇ, ਭਾਵਨਾ ਦੇ ਮਾਰਗ 'ਤੇ ਚੱਲਦੇ ਹਨ ਭਗਤ, ਉਹਨਾਂ ਨੂੰ ਸਹਿਯੋਗ ਅੰਦਰੋਂ ਦਿੱਤਾ ਜਾਂਦਾ ਹੈ। ਇਸ ਕਰਕੇ ਉਹਨਾਂ ਦੀ ਅੰਦਰੂਨੀ ਭੇਟਾ ਲਈ ਜਾਂਦੀ ਹੈ। ਜਿਹੜੇ ਧਿਆਨ ਦੇ ਮਾਰਗ 'ਤੇ ਚੱਲਦੇ ਹਨ, ਉਹਨਾਂ ਦੀ ਬਾਹਰੀ ਭੇਟਾ ਲਈ ਜਾਂਦੀ ਹੈ, ਕਿਉਂਕਿ ਉਹ ਬਾਹਰੋਂ ਚੱਲ ਰਹੇ ਹਨ ਅਤੇ ਬਾਹਰੋਂ ਸਹਿਯੋਗ ਲੈ ਰਹੇ ਹਨ। ਅਤੇ ਜਦੋਂ ਉਹਨਾਂ ਦੀ ਬਾਹਰਲੀ ਕੋਈ ਭੇਟਾ ਸਵੀਕਾਰ ਕੀਤੀ ਜਾਂਦੀ ਹੈ, ਉਹ ਤੋਂ ਸਹਿਯੋਗ ਜ਼ਿਆਦਾ ਲੈਂਦੇ ਹਨ। ਅਤੇ ਜਿਹੜੇ ਅੰਦਰੋਂ ਸਹਿਯੋਗ ਲੈਂਦੇ ਹਨ, ਉਹਨਾਂ ਦੀ ਅੰਦਰੂਨੀ ਭੇਟਾ ਲਈ ਜਾਂਦੀ ਹੈ। ਉਹ ਭੇਟਾ ਹੈ ਮਨ। ਅਤੇ ਮਨ ਦੇ ਪਿੱਛੇ ਸਭ ਕੁਛ ਹੀ ਆ ਜਾਂਦਾ ਹੈ। ਪਰ ਇਹ ਬਹੁਤ ਕਠਿਨ ਹੈ। ਫਿਰ ਖਿਆਲ ਵਿੱਚ ਰੱਖਿਓ, ਅਗਰ ਮੇਰਾ ਸਹਿਯੋਗ ਲੈਣਾ ਹੈ ਪੂਰਾ ਅਤੇ ਤੁਸੀਂ ਫਿਰ ਖਿਆਲ ਦੇ ਵਿੱਚ ਰੱਖੋ ਵੀ ਸਹਿਯੋਗ ਉਹਨਾਂ ਨੂੰ ਹੀ ਮਿਲ ਸਕਦਾ ਹੈ, ਸਹਾਰਾ ਉਹਨਾਂ ਵਾਸਤੇ ਹੀ ਹੈ ਇਸ ਥੰਮ ਦਾ, ਜਿਹੜੇ ਇਸ ਥੰਮ 'ਤੇ ਮਨ ਨੂੰ ਟਿਕਾਉਣਾ ਚਾਹੁੰਦੇ ਹਨ। ਅਤੇ ਮਨ ਟਿਕਦਾ ਕਿਵੇਂ ਹੈ? ਆਪਣੀ ਮਰਜ਼ੀ ਛੱਡ ਕੇ। ਤੁਸੀਂ ਜੋ ਚਾਹੁੰਦੇ ਹੋ ਅਗਰ ਵੈਸਾ ਹੀ ਕਰਦੇ ਰਹੋ, ਫਿਰ ਤਾਂ ਤੁਸੀਂ ਆਪਣੇ ਮਨ ਦੇ ਪਿੱਛੇ ਚੱਲ ਰਹੇ ਹੋ, ਕਿਉਂਕਿ ਜੋ ਵੀ ਚਾਹੁੰਦੇ ਹੋ ਤੁਸੀਂ ਉਹ ਕਰਦੇ ਹੋ। ਅਤੇ ਮਨ ਦੇ ਪਿੱਛੇ ਚੱਲ ਰਹੇ ਹੋ। ਅਤੇ ਫਿਰ ਗੁਰੂ ਕੀ ਕਰਦਾ ਹੈ? ਗੁਰੂ ਉਹ ਕੰਮ ਉਹਨਾਂ ਨੂੰ ਦੱਸਦਾ ਹੈ, ਉਹਨਾਂ ਕੋਲ ਕਰਾਉਂਦਾ ਹੈ, ਜਿਹੜਾ ਉਹ ਕੰਮ ਕਰਨਾ ਨਹੀਂ ਚਾਹੁੰਦੇ ਹਨ। ਉਹਨਾਂ ਦੇ ਮਨ ਤੋਂ ਉਲਟ। ਜਿਵੇਂ ਮੈਂ ਕਹਿ ਦਿੰਦਾ ਹਾਂ ਕਈਆਂ ਨੂੰ ਇੱਥੇ ਆਉਣਾ ਚਾਹੁੰਦੇ ਹਨ, ਅਤੇ ਮੈਂ ਕਹਿ ਦਿੰਦਾ ਹਾਂ ਨਹੀਂ, ਹਾਲੇ ਨਹੀਂ ਆਉਣਾ। ਜਿਵੇਂ ਇਸ ਨੌਜਵਾਨ ਨੂੰ ਕਹਿ ਦਿੱਤਾ
ਕਿਉਂਕਿ ਉਹ ਆਪਣੇ ਮਨ ਨਾਲ ਆਉਣਾ ਚਾਹੁੰਦੇ ਹਨ। ਇਸ ਕਰਕੇ ਮੈਂ ਉਹਨਾਂ ਨੂੰ ਇਨਕਾਰ ਕੀਤਾ। ਤੇ ਬਹੁਤ ਕਠਿਨਾਈ ਹੋਵੇਗੀ। ਜਿਹੜਾ ਮਨ ਦੀ ਹੀ ਮੰਨਦਾ ਰਿਹਾ ਹੈ ਉਹਨੂੰ ਜ਼ਿਆਦਾ ਔਖਾ ਹੁੰਦਾ ਹੈ, ਕਠਿਨਾ ਹੁੰਦਾ ਹੈ। ਖਿਆਲ ਵਿੱਚ ਰੱਖੋ ਵੀ ਜਿਹਦੀ ਕੋਈ ਗੱਲ ਨਹੀਂ ਮੋੜਦਾ ਹੈ, ਹਰ ਇੱਕ ਮੰਨਦਾ ਹੈ, ਕੋਈ ਨਾ ਨਹੀਂ ਕਰਦਾ, ਨਾ ਸੁਣਨ ਦੀ ਆਦਤ ਨਹੀਂ ਹੈ, ਉਹਦੇ ਵਾਸਤੇ ਬਹੁਤ ਕਠਿਨ ਹੋ ਜਾਂਦਾ ਹੈ ਮਨ ਦੀ ਮੱਤ ਤਿਆਗਣ, ਕਿਉਂਕਿ ਉਹ ਨਾ ਤੇ ਸੁਣੀ ਨਹੀਂ। ਤੇ ਗੁਰੂ ਤੇ ਵਾਰ-ਵਾਰ ਨਾ ਕਹਿੰਦਾ, ਕਿਉਂਕਿ ਉਹਨੇ ਮਨ ਨੂੰ ਮਿਟਾਉਣਾ ਹੈ, ਮੈਂ ਨੂੰ ਮਿਟਾਉਣਾ ਹੈ। ਤੇ ਮਨ ਮਿਟੇਗਾ ਹੀ ਤਾਂ ਹੈ ਵੀ ਜੋ ਮਨ ਕਹਿ ਰਿਹਾ ਹੈ, ਜੋ ਮਨ ਸੋਚਦਾ ਹੈ, ਜੋ ਮਨ ਚਾਹੁੰਦਾ ਹੈ, ਉਹਦੇ ਤੋਂ ਉਲਟ ਕੰਮ ਕਰਾਇਆ ਜਾਵੇ, ਉਹ ਨਾ ਕਰਵਾਇਆ ਜਾਏ ਜੋ ਕਹਿ ਰਿਹਾ ਹੈ। ਇੱਥੇ ਇੱਕ ਫਰਕ ਵੀ ਹੈ ਖਿਆਲ ਵਿੱਚ ਰੱਖਣ ਯੋਗ। ਇਹੋ ਹੀ ਫਰਕ ਹੈ ਸੰਸਾਰੀ ਪ੍ਰੇਮ ਦਾ ਅਤੇ ਅਧਿਆਤਮ ਪ੍ਰੇਮ ਦਾ। ਸੰਸਾਰੀ ਪ੍ਰੇਮ ਦੇ ਵਿੱਚ ਜਿਹੜਾ ਗੱਲ ਜ਼ਿਆਦਾ ਮੰਨਦਾ ਹੈ ਤੁਹਾਡੀ, ਹਾਂਜੀ ਹਾਂਜੀ ਕਰਦਾ ਹੈ, ਉਹਦੇ ਨਾਲ ਤੁਸੀਂ ਜ਼ਿਆਦਾ ਪ੍ਰੇਮ ਕਰਦੇ ਹੋ ਨਾ। ਜਿਹੜਾ ਸਾਰਾ ਕੁਝ ਗੱਲਾਂ ਮੰਨੀ ਜਾਵੇ ਤੁਹਾਡੀ, ਉਹਦੇ ਨਾਲ ਜ਼ਿਆਦਾ ਪ੍ਰੇਮ ਹੁੰਦਾ ਹੈ। ਇਹੋ ਹੀ ਖਿਆਲ ਹੈ ਸੰਸਾਰਿਕ ਆਦਮੀ ਦਾ। ਪਰ ਅਧਿਆਤਮ ਦੇ ਵਿੱਚ ਬਿਲਕੁਲ ਉਲਟਾ ਹੋ ਜਾਂਦਾ ਹੈ। ਇਸ ਕਰਕੇ ਬਹੁਤੇ ਲੋਕਾਂ ਨੂੰ ਸਮਝ ਵਿੱਚ ਵੀ ਨਹੀਂ ਆਉਂਦਾ ਹੈ ਗੁਰੂ ਸ਼ਿਸ਼ ਦਾ ਪ੍ਰੇਮ, ਕਿਉਂਕਿ ਗੁਰੂ ਸ਼ਿਸ਼ ਦੀ ਕੋਈ ਵੀ ਗੱਲ ਨਹੀਂ ਮੰਨਦਾ ਹੈ। ਫਿਰ ਜਿੰਨੀਆਂ ਜ਼ਿਆਦੀਆਂ ਨਹੀਂ ਮੰਨਦਾ ਹੈ ਜਿਹਦੀਆਂ, ਉਹਦੇ ਨਾਲ ਓਨਾ ਹੀ ਅੰਦਰੋਂ ਗਹਿਰਾ ਜੁੜਦਾ ਹੈ। ਇਹ ਉਲਟੇ ਹੀ ਗੱਲ ਹੈ, ਉਲਟੀ ਹੀ ਰੀਤ। ਤਦੇ ਕਿਹਾ ਨਾ ਉਲਟਾ ਮਾਰਗ, ਸੰਸਾਰ ਨਾਲੋਂ ਉਲਟਾ ਹੈ। ਸੰਸਾਰ ਦੇ ਵਿੱਚ ਜਿਹੜਾ ਜ਼ਿਆਦੀਆਂ ਤੁਹਾਡੀਆਂ ਮੰਨਦਾ ਹੈ ਗੱਲਾਂ, ਉਹਦੇ ਨਾਲ ਪ੍ਰੇਮ ਹੁੰਦਾ ਹੈ। ਪਰ ਅਧਿਆਤਮ ਦੇ ਵਿੱਚ ਉਲਟਾ ਹੈ। ਗੁਰੂ ਮੰਨਦਾ ਨਹੀਂ ਹੈ ਜਿਹਦੇ ਸ਼ਿਸ਼ ਦੀ ਜ਼ਿਆਦਾ, ਉਹਦੇ ਨਾਲ ਗਹਿਰਾ ਹੁੰਦਾ ਹੈ ਉਹਦਾ ਲਗਾ। ਜਿਹਨੂੰ ਜ਼ਿਆਦਾ ਡਾਂਟਦਾ ਹੈ, ਜ਼ਿਆਦਾ ਵਰਜਦਾ। ਅਕਸਰ ਬਹੁਤਿਆਂ ਦਾ ਖਿਆਲ ਇਹੋ ਹੀ ਹੁੰਦਾ ਹੈ ਵੀ ਜਿਹਦੀ ਜ਼ਿਆਦਾ ਮੰਨਦੇ ਹਨ ਸ਼ਾਇਦ ਉਹ ਨੇੜੇ ਹੋਣਗੇ। ਨਹੀਂ, ਉਹ ਥੋੜ੍ਹੀ ਥੋੜ੍ਹੀ ਮੰਨਦੇ ਵੀ ਰਹਿੰਦੇ ਹਨ, ਕਿਸੇ ਦੀ ਥੋੜ੍ਹੀ ਜ਼ਿਆਦਾ ਵੀ ਮੰਨਦੇ ਰਹਿੰਦੇ ਹਨ। ਉਹ ਦੇਖਦੇ ਰਹਿੰਦੇ ਹਨ ਵੀ ਕਿੰਨਾ ਕੁ ਮਨ ਕੋਈ ਛੱਡ ਸਕਦਾ ਹੈ, ਕਿਉਂਕਿ ਇੱਕਦਮ ਤਾਂ ਛੁੱਟੇਗਾ ਹੀ ਨਹੀਂ ਮਨ, ਥੋੜ੍ਹਾ ਥੋੜ੍ਹਾ ਤਾਂ ਕਰਕੇ ਛੁੱਟੇਗਾ ਨਾ। ਇੱਕਦਮ ਸੀਸ ਭੇਟ ਥੋੜ੍ਹੀ ਹੋ ਜਾਵੇਗਾ। ਜਿਵੇਂ ਪੰਜਾਂ ਪਿਆਰਿਆਂ ਨੇ ਸੀਸ ਭੇਟ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ, ਇੱਕਦਮ ਥੋੜ੍ਹੀ ਸਾਰਾ ਸੀਸ ਭੇਟ ਕਰਤਾ ਸੀ। ਹਾਂ, ਉਸ ਭਾਵ ਦੇ ਵਿੱਚ ਆਣ ਕੇ ਉਸ ਸਮੇਂ ਤੇ ਮਨ ਪੂਰਾ ਹੀ ਹੋਵੇਗਾ। ਜਿਵੇਂ ਅਕਸਰ ਕਈਆਂ ਦਾ ਮਨ ਪੂਰਾ ਹੁੰਦਾ ਹੈ, ਕਈ ਵਾਰ ਵੀ ਕਰ ਦਿੱਤਾ ਸਮਰਪਣ, ਕਈ ਕਹਿ ਵੀ ਦਿੰਦੇ ਹਨ ਵੀ ਪੂਰਾ ਹੀ ਕਰ ਦਿੱਤਾ ਤੁਹਾਨੂੰ ਸਮਰਪਣ। ਉਸ ਟਾਈਮ 'ਤੇ ਪੂਰਾ ਹੁੰਦਾ ਹੈ ਮਨ, ਪਰ ਮਨ ਫਿਰ ਚੱਲ ਪੈਂਦਾ ਹੈ ਅਤੇ ਇੱਕਦਮ ਪੂਰਾ ਸੀਸ ਭੇਟ ਨਹੀਂ ਹੁੰਦਾ ਪੂਰਾ ਮਨ। ਫਿਰ ਆਸਤੇ ਆਸਤੇ ਫਿਰ ਗੁਰੂ ਮਟਾਉਂਦਾ ਹੈ, ਅਤੇ ਮਟਾਇਆ ਹੋਏਗਾ ਹੌਲੀ ਹੌਲੀ। ਫਿਰ ਗੁਰੂ ਗੋਬਿੰਦ ਸਿੰਘ ਜੀ ਕੋਲ ਰਹੇ ਸਨ ਉਹ ਪਿਆਰੇ ਦੇਖੋ ਕਿਹਾ ਪ੍ਰੇਮ ਕਰਨ ਵਾਲੇ ਸਨ। ਅਤੇ ਆਸਤੇ ਆਸਤੇ ਉਹਨਾਂ ਨੇ ਜਿੰਨਾ ਜਿੰਨਾ ਪ੍ਰੇਮ ਕੀਤਾ ਕਿ ਆਗਿਆ ਮੰਨੀ ਗੁਰੂ ਕੀ, ਗੁਰ ਕਹਿਆ ਸਾਕਾਰ ਕਮਾਓ। ਕਹਿੰਦੇ ਸਨ ਗੁਰ ਕੀ ਕਰਨੀ ਕਾਹਿ ਤਾਓ। ਮੇਰੇ ਕੰਮ ਨਾ ਦੇਖੋ ਵੀ ਮੈਂ ਕੀ ਕਰਦਾ, ਕੰਮ ਤਾਂ ਸਭ ਝੂਠ ਹੀ ਹਨ। ਜੋ ਕਹਿ ਰਿਹਾ ਹਾਂ ਉਹ ਕਰੋ। ਕਹਿਣ ਦੇ ਨਾਲ ਫਿਰ ਮਨ ਮਿਟਦਾ ਹੈ। ਜੋ ਗੁਰੂ ਕਹਿੰਦਾ ਹੈ ਕੋਸ਼ਿਸ਼ ਕਰਦਾ ਹੈ, ਗੁਰੂ ਵੱਲ ਧਿਆਨ ਰੱਖਦਾ ਹੈ। ਕੀ ਕਹਿੰਦਾ ਹੈ ਗੁਰੂ, ਖਿਆਲ ਰੱਖਦਾ ਹੈ। ਹੌਲੀ 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 ਉਹ ਖਿਆਲ ਟਿਕ ਜਾਂਦਾ ਹੈ, ਉਹ ਧਿਆਨ ਟਿਕ ਜਾਂਦਾ ਹੈ, ਸੁਰਤ ਟਿਕ ਜਾਂਦੀ ਹੈ।
ਗੁਰੂ ਦੀ ਆਗਿਆ ਦੇ ਵਿੱਚ। ਥੋੜ੍ਹੀ ਜਗ੍ਹਾ 'ਚ ਟਿਕ ਗਈ, ਫਿਰ ਪੂਰਾ ਦਾ ਪੂਰਾ ਹੀ ਮਿਟਾ ਦਿੰਦਾ ਹੈ। ਸੀਸ ਪੇਟ ਲੈ ਲੈਂਦਾ ਕਿਸੇ ਦਿਨ ਪੂਰਾ ਹੀ। ਪਹਿਲਾਂ ਤਾਂ ਕਿਹਾ ਸੀ ਸੀਸ ਪੇਟ ਕਰਨ ਵਾਸਤੇ, ਫਿਰ ਉਹ ਕਹਿੰਦਾ ਨਹੀਂ, ਫਿਰ ਲੈ ਵੀ ਲੈਂਦਾ। ਅਤੇ ਆਸਤੇ ਆਸਤੇ ਹੁੰਦਾ ਹੈ। ਅਤੇ ਜਿੰਨਾ ਕੋਈ ਮਨ ਛੱਡਣ ਨੂੰ ਤਿਆਰ ਹੁੰਦਾ ਹੈ, ਫਿਰ ਜਿਨ੍ਹਾਂ ਦਾ ਕਹਿਣਾ ਉਹ ਜ਼ਿਆਦਾ ਮੰਨਦਾ ਹੈ, ਉਹ ਜ਼ਿਆਦਾ ਬਾਹਰੋਂ ਜੁੜੇ ਹੋਏ ਹੁੰਦੇ ਆ। ਉਹ ਹਾਲੇ ਮਨ ਨੂੰ ਨਹੀਂ ਛੱਡ ਸਕਦੇ। ਅਤੇ ਆਸਤੇ ਆਸਤੇ ਉਹ ਫਿਰ ਮਨ ਨੂੰ ਛਡਾਉਂਦਾ ਹੈ। ਜਿਹਦਾ ਘੱਟ ਕਹਿਣਾ ਮੰਨਦਾ ਹੈ, ਜ਼ਿਆਦਾ ਵਰਜਦਾ ਹੈ, ਜ਼ਿਆਦਾ ਟੋਕਦਾ ਹੈ। ਸਵਾਲ ਕੋਈ ਹੋਰ ਪੁੱਛਦਾ ਹੈ, ਜਵਾਬ ਕੋਈ ਹੋਰ ਮਿਲ ਜਾਂਦਾ। ਜਿਵੇਂ ਕਈ ਵਾਰ ਤੁਸੀਂ ਵੀ ਦੇਖਿਆ ਹੀ ਹੈ ਵੀ ਸ਼ਬਦ ਦਾ ਅਰਥ ਪੁੱਛਿਆ ਸੀ, ਪਰ ਜਵਾਬ ਕੋਈ ਹੋਰ ਮਿਲ ਗਿਆ, ਕਿਉਂਕਿ ਚੋਟ ਤੁਹਾਡੇ ਮਨ 'ਤੇ ਕਰਨੀ ਹੈ ਨਾ। ਮਨ ਨੂੰ ਤੋੜਨਾ ਹੈ, ਤੁਹਾਡੀ ਮਰਜ਼ੀ ਥੋੜ੍ਹੀ ਪੂਰੀ ਕਰਨੀ। ਇੱਥੇ ਕਥਾ ਵਾਰਤਾ ਥੋੜ੍ਹੀ ਹੋ ਰਹੀ ਹੈ ਵੀ ਅਰਥ ਸੁਣਾਏ ਜਾ ਰਹੇ, ਪਰ ਫਿਰ ਵੀ ਤੁਸੀਂ ਦੇਖਿਆ ਹੋਵੇਗਾ ਕਈ ਵਾਰ ਮੈਂ ਅਰਥ ਕਰਦਾ ਵੀ ਹਾਂ। ਪਰ ਸਮੇਂ ਸਮੇਂ ਅਨੁਸਾਰ ਜੋ ਤੁਸੀਂ ਕਹਿੰਦੇ ਹੋ ਵੈਸਾ ਜਵਾਬ ਨਹੀਂ ਮਿਲਦਾ, ਵੈਸੀ ਗੱਲ ਨਹੀਂ ਹੁੰਦੀ। ਅਤੇ ਆਸਤੇ ਆਸਤੇ ਜਿਹੜਾ ਆਪਣੀ ਮਰਜ਼ੀ ਛੱਡਦਾ ਹੈ, ਮਰਜ਼ੀ ਹੀ ਮਨ ਹੈ। ਤੁਸੀਂ ਆਪਣੀ ਮਰਜ਼ੀ ਨਾਲ ਜੀ ਰਹੇ ਹੋ, ਇਸ ਕਰਕੇ ਸੰਸਾਰ ਵੱਲ ਚੱਲ ਰਿਹਾ ਹੈ ਤੁਹਾਡਾ ਮਨ। ਜਦੋਂ ਤੁਸੀਂ ਆਪਣੀ ਮਰਜ਼ੀ ਨਾਲ ਜੀਓਗੇ ਨਹੀਂ, ਗੁਰੂ ਦੀ ਮਰਜ਼ੀ ਨਾਲ ਜੀਓਗੇ, ਫਿਰ ਸੰਸਾਰ ਵੱਲ ਨਹੀਂ ਚੱਲੇਗਾ, ਕਿਉਂਕਿ ਗੁਰੂ ਦਾ ਮਨ ਸੰਸਾਰ ਵੱਲ ਨਹੀਂ ਚੱਲ ਰਿਹਾ। ਉਹ ਆਪਣੇ ਵੱਲ ਨੂੰ ਖਿੱਚ ਲੈਂਦਾ ਹੈ ਉਸ ਮਨ ਨੂੰ, ਪਰ ਖਿੱਚੇਗਾ ਤਾਂ ਹੀ ਜਦੋਂ ਤੁਸੀਂ ਭੇਟ ਕਰੋਗੇ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਜ਼ਬਰਦਸਤੀ ਮਨ ਨਹੀਂ ਲਿਆ ਜਾਂਦਾ ਹੈ, ਨਾ ਹੀ ਜ਼ਬਰਦਸਤੀ ਆਗਿਆ ਮਨਾਈ ਜਾਂਦੀ ਹੈ। ਅਧਿਆਤਮਿਕ ਜਗਤ ਦੇ ਵਿੱਚ ਤਾਂ ਬਿਲਕੁਲ ਜ਼ਬਰਦਸਤੀ ਹੁੰਦੀ ਨਹੀਂ ਹੈ। ਇਹ ਬਹੁਤ ਪ੍ਰੇਮ ਅਤੇ ਕੋਮਲ ਮਾਰਗ ਹੈ, ਪ੍ਰੇਮ ਦਾ ਬਹੁਤ ਹੀ ਪਿਆਰਾ ਹੈ। ਇੱਥੇ ਤਾਂ ਬਹੁਤ ਹੀ ਅੰਦਰੂਨੀ ਭਾਵ ਚਾਹੀਦਾ ਹੈ ਸਵੀਕਾਰ ਦਾ। ਜ਼ਬਰਦਸਤੀ ਥੋੜ੍ਹੀ, ਤੁਸੀਂ ਮੇਰੀ ਆਗਿਆ ਮੰਨੋ, ਫਿਰ ਥੋੜ੍ਹੀ ਹੋਵੇਗਾ ਮਨ ਭੇਟ। ਮਨ ਭੇਟ ਤਾਂ ਪ੍ਰੇਮ ਦੁਆਰਾ ਹੋਵੇਗਾ, ਸ਼ਰਧਾ ਨਾਲ ਵੀ ਠੀਕ ਹੈ, ਅਸੀਂ ਤੁਹਾਡੀ ਜੋ ਵੀ ਗੱਲ ਹੈ, ਜੋ ਵੀ ਬਚਨ ਹੈ, ਜੋ ਵੀ ਉਪਦੇਸ਼ ਹੈ, ਜੋ ਵੀ ਆਗਿਆ ਹੈ, ਅਸੀਂ ਮੰਨਣ ਨੂੰ ਤਿਆਰ ਹਾਂ। ਅਤੇ ਜਿਹੜਾ ਮੰਨਣ ਨੂੰ ਤਿਆਰ ਹੋ ਗਿਆ ਸਹਿਜ ਭਾਵ ਦੇ ਵਿੱਚ, ਤਾਂ ਉਹਦਾ ਮਨ ਟਿਕਣਾ ਸ਼ੁਰੂ ਹੋ ਜਾਂਦਾ ਹੈ, ਮੁੜਨਾ ਸ਼ੁਰੂ ਹੋ ਜਾਂਦਾ ਹੈ ਸੰਸਾਰ ਵੱਲ। ਅਤੇ ਜਦੋਂ ਮੁੜਦਾ ਹੈ ਸੰਸਾਰ ਵੱਲੋਂ ਮਨ ਦੀ ਮਰਜ਼ੀ ਪੂਰੀ ਨਹੀਂ ਹੁੰਦੀ ਹੈ, ਇੱਛਾ ਪੂਰੀ ਨਹੀਂ ਹੁੰਦੀ ਹੈ, ਉਦੋਂ ਘਰਸ਼ਣ ਹੁੰਦਾ ਹੈ, ਤਪ ਪੈਦਾ ਹੁੰਦਾ ਹੈ। ਬਹੁਤ ਪੀੜਾ ਹੁੰਦੀ ਹੈ ਭਗਤ ਨੂੰ, ਪ੍ਰੇਮੀ ਨੂੰ, ਵੀ ਮੇਰੀ ਮਰਜ਼ੀ ਕਿਉਂ ਨਹੀਂ ਪੂਰੀ ਹੋ ਰਹੀ ਹੈ। ਬਹੁਤ ਕਠਿਨਾਈ ਹੁੰਦੀ। ਉਹ ਦੁੱਖ ਦੱਸਣ ਯੋਗ ਵੀ ਕਿਸੇ ਨੂੰ ਕੋਈ ਸਮਝੇਗਾ ਵੀ ਨਹੀਂ। ਬਿਰਹਾ ਜਿਹਨੂੰ ਕਹਿੰਦੇ ਹਨ, ਤੜਫ, ਇਹੋ ਹੀ ਤਪੱਸਰਿਆ ਹੈ। ਇਹ ਤਪੱਸਰਿਆ ਦੇ ਵਿੱਚ ਦੀ ਭਗਤ ਗੁਜ਼ਰਦਾ ਹੈ, ਕਿਉਂਕਿ ਵਾਰ ਵਾਰ ਮਨ ਉਹਦਾ ਜ਼ੋਰ ਪਾਵੇਗਾ, ਪਰ ਗੁਰੂ ਉਹਦੇ ਮਨ ਦੀ ਨਹੀਂ ਮੰਨਦਾ ਹੈ। ਮਨ ਦੀ ਮੰਨੇਗਾ ਤਾਂ ਫਿਰ ਤਾਂ ਉਹਦੇ ਮਨ ਦੀ ਪੂਰੀ ਉਹਦੇ ਹੰਕਾਰ ਦੀ ਤ੍ਰਿਪਤੀ ਹੋਊਗੀ, ਫਿਰ ਤਾਂ ਮਨ ਮਜ਼ਬੂਤ ਹੋਵੇਗਾ। ਅਤੇ ਗੁਰੂ ਦਿਆਲੂ ਹੈ, ਕਿਰਪਾਲੂ ਹੈ। ਉਹ ਮਨ ਨੂੰ ਸਮਾਪਤ ਕਰਦਾ ਹੈ ਕਿਸੇ ਵੀ ਹਾਲਤ ਦੇ ਵਿੱਚ। ਅਤੇ ਖਿਆਲ ਵਿੱਚ ਰੱਖੋ, ਜਿਨ੍ਹਾਂ ਨੇ ਸਹਿਯੋਗ ਲੈਣਾ ਹੈ, ਮਨ ਨੂੰ ਟਿਕਾਉਣਾ ਹੈ ਇਸ ਥੰਮ 'ਤੇ, ਉਹਨਾਂ ਨੂੰ ਆਪਣੀ ਮਰਜ਼ੀ ਛੱਡਣੀ ਪੈਂਦੀ ਹੈ।
ਤੇ ਜਿੰਨੀ ਜਿੰਨੀ ਕੋਈ ਮਰਜ਼ੀ ਛੱਡਦਾ ਹੈ, ਸਵੀਕਾਰ ਭਾਵ ਦੇ ਵਿੱਚ ਜੀਂਦਾ ਹੈ, ਓਨਾ ਓਨਾ ਹੀ ਮਨ ਉਹਦਾ ਟਿਕਦਾ ਜਾਂਦਾ ਹੈ, ਸੰਸਾਰ ਵੱਲੋਂ ਹਟਦਾ ਜਾਂਦਾ ਹੈ। ਜਿੰਨਾ ਜਿੰਨਾ ਕੋਈ ਸਮਰਪਿਤ ਹੁੰਦਾ ਹੈ, ਸੀਸ ਭੇਟ ਕਰਨ ਨੂੰ ਤਿਆਰ ਹੁੰਦਾ ਹੈ, ਤਿਆਰ ਹੀ ਹੈ ਸੀਸ ਭੇਟ ਕਰਨ ਦੀ। ਮਨ ਨੂੰ ਛੱਡਣਾ ਕੀ ਹੈ? ਸੀਸ ਭੇਟ ਕਰਨ ਦੀ ਤਿਆਰੀ। ਮਤ ਨੂੰ ਛੱਡਣਾ ਕੀ ਹੈ? ਸੀਸ ਭੇਟ ਕਰਨ ਦੀ ਤਿਆਰੀ। ਆਪਣੀ ਮਤ ਦੁਆਰਾ ਕੋਈ ਸੀਸ ਥੋੜ੍ਹੀ ਭੇਟ ਕਰੇਗਾ। ਮਤ ਤੇ ਉਹਦੀ ਸੰਸਾਰੀ ਹੈ, ਸੰਸਾਰ ਵੱਲ ਨੂੰ ਜਾਵੇਗੀ। ਨਹੀਂ, ਗੁਰੂ ਕੀ ਮਤ ਤੂੰ ਲੈ ਆ। ਜਦੋਂ ਆਪਣੀ ਮਤ ਛੱਡਦਾ ਰਹਿੰਦਾ ਹੈ, ਆਪਣਾ ਮਨ ਛੱਡਦਾ ਰਹਿੰਦਾ ਹੈ, ਆਪਣੀ ਸਮਝ ਛੱਡਦਾ ਰਹਿੰਦਾ ਹੈ, ਆਪਣੇ ਵਿਚਾਰ ਛੱਡਦਾ ਰਹਿੰਦਾ ਹੈ, ਆਪਣੀ ਅਕਲ ਛੱਡਦਾ ਰਹਿੰਦਾ, ਆਪਣੇ ਮਨ ਦੇ ਪਿੱਛੇ ਨਹੀਂ ਜਾਂਦਾ ਹੈ, ਛੱਡ ਦਿੰਦਾ ਹੈ ਪਿੱਛੇ ਜਾਣਾ, ਫਿਰ ਮਨਮੁਖ ਨਹੀਂ ਹੁੰਦਾ, ਫਿਰ ਗੁਰਮੁਖ ਹੋ ਜਾਂਦਾ ਹੈ। ਅਤੇ ਜਿਹੜਾ ਗੁਰਮੁਖ ਹੋ ਜਾਂਦਾ ਹੈ ਨਾ, ਉਹਦੀ ਫਿਰ ਯਾਤਰਾ ਗੁਰੂ ਵੱਲ ਹੁੰਦੀ ਹੈ। ਉਹ ਮਨ ਦੇ ਪਿੱਛੇ, ਮਨ ਦੀ ਮਰਜ਼ੀ ਨਹੀਂ ਕਰ ਰਿਹਾ, ਜੋ ਮੇਰਾ ਮਨ ਚਾਹੁੰਦਾ ਹੈ ਉਹ ਕਰ, ਨਹੀਂ, ਗੁਰੂ ਜੋ ਕਹਿੰਦਾ ਹੈ ਉਹ ਕਰਨ। ਗੁਰੂ ਦਾ ਬਚਨ ਸਤ ਬਚਨ, ਗੁਰੂ ਦਾ ਉਪਦੇਸ਼ ਸਤ ਬਚਨ, ਉਹ ਗੁਰਮੁਖ ਹੋ ਗਿਆ। ਅਤੇ ਗੁਰਮੁਖ ਜਿਹੜਾ ਹੈ ਉਹ ਹੀ ਸੀਸ ਭੇਟ ਕਰਦਾ। ਅਤੇ ਜਿਹਨੇ ਸੀਸ ਭੇਟ ਕਰ ਦਿੱਤਾ, ਆਪ ਗਵਾਈਏ ਤਾਂ ਸਭ ਪਾਈਏ। ਆਵਰ ਕੈਸੀ ਚਤਰਾਈ, ਆਵਰ ਕੈਸੀ ਚਤਰਾਈ, ਆਵਰ ਕੈਸੀ